ਸਤਿ ਸ਼੍ਰੀ ਅਕਾਲ ਬੱਚਿਓ, 6ਵੀਂ ਦੀ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਤੇ ਅੱਜ ਅਸੀਂ ਕਰਾਂਗੇ ਅਗਲਾ ਲੈਸਨ ਪਾਰਟ ਨੰਬਰ 16। ਕਿਉਂਕਿ ਲੈਸਨ ਨੰਬਰ 15 ਦੇ ਕੁਐਸਚਨ ਆਨਸਰ ਜੋ ਨੇ ਉਹ ਪੇਪਰ ਵਿੱਚ ਨਹੀਂ ਆਉਣੇ, ਇਸ ਲਈ ਅਸੀਂ ਆਪਣਾ ਨੈਕਸਟ ਲੈਸਨ ਕਰਾਂਗੇ ਜੋ ਕਿ ਕਵਿਤਾ ਹੈ ਔਰ ਜਿਸ ਦਾ ਨਾਮ ਹੈ ਪਹਿਲ। ਔਰ ਇਹ ਲਿਖੀ ਹੈ S ਚਰਨ ਸਿੰਘ ਸ਼ਹੀਦ ਨੇ। ਔਰ ਇਸ ਕਵਿਤਾ ਦੇ ਵਿੱਚ ਜੋ ਹੈ ਇੱਕ ਹਾਸਾ ਵੀ ਪ੍ਰਗਟ ਕੀਤਾ ਗਿਆ ਹੈ, ਹੱਸਣ ਲਈ ਵੀ ਹੈ ਇਹ ਕਵਿਤਾ, ਔਰ ਇੱਕ ਸਿੱਖਿਆ ਵੀ ਦਿੱਤੀ ਗਈ ਹੈ ਇਸ ਕਵਿਤਾ ਵਿੱਚ। ਔਰ ਇਹ ਮਤਲਬ ਵੀ ਦੱਸਿਆ ਗਿਆ ਹੈ। ਪਹਿਲ ਦਾ ਮਤਲਬ ਹੈ ਪਹਿਲ ਕਰਨ ਵਾਲਾ, ਯਾਨੀ ਕਿ ਜੋ ਲੋਕ ਚੁਸਤ ਹੁੰਦੇ ਹਨ, ਆਲਸ ਨੂੰ ਛੱਡ ਕੇ ਉਹ ਪਹਿਲ ਕਰ ਲੈਂਦੇ ਹਨ, ਅੱਗੇ ਨਿਕਲ ਜਾਂਦੇ ਹਨ ਅਤੇ ਉਸ ਦਾ ਲਾਭ ਉਠਾਉਂਦੇ ਹਨ। ਔਰ ਜਿਹੜੇ ਸੁਸਤ ਔਰ ਆਲਸੀ ਲੋਕ ਹੁੰਦੇ ਹਨ ਉਹ ਆਪਣੇ ਆਲਸ ਕਰਕੇ ਪਿੱਛੇ ਰਹਿ ਜਾਂਦੇ ਹਨ। ਆਓ ਇਸ ਕਵਿਤਾ ਨੂੰ ਪੜ੍ਹਦੇ ਹਾਂ। ਹਾਸਮਈ ਕਵਿਤਾ ਹੈ ਬੜੀ ਇਹ। ਜਾਨਵਰਾਂ ਦੇ ਹਸਪਤਾਲ ਇੱਕ ਬੁੱਧੂ ਖੋਤਾ ਲਿਆਇਆ, ਡਾਕਟਰ ਨੇ ਦੇਖ ਬਿਮਾਰੀ ਨੁਸਖਾ ਲਿਖ ਪਕੜਾਇਆ। ਕਹਿਣ ਲੱਗਾ ਇਹ ਚੀਜ਼ਾਂ ਪੀ ਕੇ ਨਲਕੀ ਵਿੱਚ ਪਾਈ, ਨਲਕੀ ਇਸਦੀ ਨਾਸ ਵਿੱਚ ਰੱਖ ਫੂਕ ਜ਼ੋਰ ਦੀ ਲਾਈ। ਇਸ ਪਿਆਰੇ ਦੇ ਵਿੱਚ ਕਵੀ ਨੇ ਕਿਹਾ ਹੈ ਕਿ ਇੱਕ ਬੁੱਧੂ ਵਿਅਕਤੀ ਇੱਕ ਦਿਨ, ਬੁੱਧੂ ਮਤਲਬ ਮੂਰਖ ਵਿਅਕਤੀ, ਇੱਕ ਦਿਨ ਆਪਣੇ ਖੋਤੇ ਨੂੰ ਜਾਨਵਰਾਂ ਦੇ ਹਸਪਤਾਲ ਵਿੱਚ ਲੈ ਕੇ ਆਇਆ ਅਤੇ ਡਾਕਟਰ ਨੇ ਉਸਦੀ ਬਿਮਾਰੀ ਦੇਖ ਕੇ ਉਸਨੂੰ ਇੱਕ ਨੁਸਖਾ ਲਿਖ ਕੇ ਪਕੜਾਇਆ। ਨੁਸਖਾ ਮਤਲਬ ਦਵਾਈ ਬਣਾਉਣ ਦਾ ਤਰੀਕਾ। ਅਤੇ ਕਹਿਣ ਲੱਗਾ ਕਿ ਇਹ ਸਾਰੀਆਂ ਚੀਜ਼ਾਂ ਪੀਸ ਕੇ ਨਲਕੀ ਦੇ ਵਿੱਚ ਪਾ ਲਈ। ਨਲਕੀ ਮਤਲਬ ਇੱਕ ਪਾਈਪ ਦੇ ਵਿੱਚ ਪਾ ਲਈ ਅਤੇ ਨਲਕੀ ਇਸ ਦੀ ਨਾਸ ਵਿੱਚ ਰੱਖ ਫੂਕ ਜ਼ੋਰ ਦੀ ਲਾਈ। ਅਤੇ ਪਾਈਪ ਨੂੰ ਗਧੇ ਦੀ ਨਾਸ ਦੇ ਵਿੱਚ ਰੱਖ ਕੇ, ਨਾਸ ਯਾਨੀ ਕਿ ਨੱਕ ਦਾ ਇੱਕ ਹਿੱਸਾ ਸਾਡੇ, ਜਿਹਨੂੰ ਅਸੀਂ ਨੇਜ਼ਲ ਵੀ ਕਹਿੰਦੇ ਆ, ਉਸ ਦੇ ਵਿੱਚ ਰੱਖ ਕੇ ਜ਼ੋਰ ਦੀ ਫੂਕ ਮਾਰਨੀ ਹੈ। ਯਾਨੀ ਕਿ ਫੂਕ ਦੇ ਜ਼ਰੀਏ ਜੋ ਦਵਾਈ ਹੈ ਖੋਤੇ ਦੇ ਅੰਦਰ ਚਲੀ ਜਾਏਗੀ, ਨੱਕ ਦੇ ਜ਼ਰੀਏ। ਜਿਵੇਂ ਅਸੀਂ ਇਨਹੇਲਰ ਲੈਂਦੇ ਹਾਂ ਨੱਕ ਦੇ ਥਰੂ, ਜੋ ਹੈ ਖਿੱਚ ਕੇ ਮੂੰਹ ਦੇ ਥਰੂ ਅਸੀਂ ਦਵਾਈ ਲੈਂਦੇ ਹਾਂ, ਉਸੇ ਤਰ੍ਹਾਂ ਮੂੰਹ ਨਾਲ ਫੂਕ ਮਾਰ ਕੇ ਗਧੇ ਦੀ ਨਾਸ ਦੇ ਵਿੱਚ ਜੋ ਹੈ ਦਵਾਈ ਪਾਣੀ ਸੀ। ਨੈਕਸਟ ਪੈਰਾ। ਇਹ ਨਸਵਾਰ ਨਾਸ ਦੇ ਰਾਹੀਂ ਜਦੋਂ ਮਗਜ਼ ਵਿੱਚ ਜਾਊ, ਤੇਰੇ ਇਸ ਖੋਤੇ ਨੂੰ ਅਰਬੀ ਘੋੜੇ ਵਾਂਗ ਬਣਾਊ। ਅੱਗੋਂ ਡਾਕਟਰ ਕਹਿੰਦਾ ਹੈ ਕਿ ਇਹ ਨਸਵਾਰ ਜੋ ਨੱਕ ਦੇ ਜ਼ਰੀਏ ਦੇਣੀ ਹੈ, ਇਹ ਜਦੋਂ ਮਗਜ਼ ਵਿੱਚ ਜਾਊਗੀ, ਮਗਜ਼ ਮਤਲਬ ਦਿਮਾਗ ਵਿੱਚ, ਜਦੋਂ ਅਸੀਂ ਨੱਕ ਦੇ ਥਰੂ ਕੋਈ ਚੀਜ਼ ਖਿੱਚਦੇ ਹਾਂ ਤਾਂ ਉਹ ਸਿੱਧੀ ਸਾਡੇ ਦਿਮਾਗ ਵਿੱਚ ਜਾਂਦੀ ਹੈ, ਤਾਂ ਜਦੋਂ ਉਸਦੇ ਦਿਮਾਗ ਵਿੱਚ ਜਾਊਗੀ ਤਾਂ ਤੇਰੇ ਖੋਤੇ ਨੂੰ ਅਰਬੀ ਘੋੜੇ ਵਾਂਗ ਬਣਾਊ। ਅਰਬੀ ਘੋੜੇ ਬੜੇ ਮਸ਼ਹੂਰ ਹਨ ਅਰਬ ਦੇਸ਼ ਦੇ, ਜੋ ਕਿ ਬੜੇ ਹੀ ਚੁਸਤ ਹੁੰਦੇ ਹਨ। ਉਸ ਤਰ੍ਹਾਂ ਦਾ ਬਣ ਜਾਏਗਾ ਤੇਰਾ ਘੋੜਾ। ਨੈਕਸਟ ਪੇਜ। ਕੁਝ ਚਿਰ ਮਗਰੋਂ ਖੂੰ ਖੂੰ ਕਰਦਾ ਬੁੱਧੂ ਮੁੜ ਕੇ ਆਇਆ, ਬਿੱਜੂ ਵਾਂਗ ਬੁਰਾ ਉਸਨੇ ਹੈਸੀ ਮੂੰਹ ਬਣਾਇਆ। ਡਾਕਟਰ ਨੇ ਸੋਚਿਆ ਹੋਸੀ ਗਧੇ ਦੁਲੱਤੀ ਲਾਈ, ਹਾਸਾ ਰੋਕ ਪੁੱਛਿਆ ਬੁੱਧੂ ਇਹ ਕੀ ਸ਼ਕਲ ਬਣਾਈ। ਕਹਿਣ ਲੱਗਾ ਹਟਕੋਰੇ ਲੈ ਕੇ ਮੈਂ ਚੀਜ਼ਾਂ ਸਭ ਲਈਆਂ, ਪੀਸ ਪੂਸ ਕੇ ਛਾਣ ਛੂਣ ਕੇ ਜਦੋਂ ਟਿੱਚਨ ਹੋ ਗਈਆਂ। ਕੁਝ ਚਿਰ ਤੋਂ ਬਾਅਦ ਖੂੰ ਖੂੰ ਕਰਦਾ, ਖੂੰ ਖੂੰ ਮਤਲਬ ਖੰਘਦਾ ਹੋਇਆ, ਖਾਂਸੀ ਕਰਦਾ ਹੋਇਆ ਬੁੱਧੂ ਮੁੜ ਕੇ ਡਾਕਟਰ ਕੋਲ ਆਇਆ ਅਤੇ ਬਿੱਜੂ ਵਾਂਗ ਉਸਨੇ ਬੁਰਾ ਜਿਹਾ ਮੂੰਹ ਬਣਾਇਆ ਹੋਇਆ ਸੀ, ਬੇਢੰਗਾ ਜਿਹਾ ਮੂੰਹ ਬਣਾ ਕੇ ਉਹ ਡਾਕਟਰ ਕੋਲ ਆਇਆ। ਡਾਕਟਰ ਨੇ ਸੋਚਿਆ ਕਿ ਗਧੇ ਨੇ ਦੁਲੱਤੀ ਲਾਈ ਹੋਣੀ, ਇਸਨੂੰ ਲੱਤ ਮਾਰੀ ਹੋਣੀ, ਲੇਕਿਨ ਉਹ ਹੱਸੀ ਜਾ ਰਿਹਾ ਸੀ ਉਸਦੇ ਮੂੰਹ ਨੂੰ ਦੇਖ ਕੇ ਅਤੇ ਪੁੱਛ ਰਿਹਾ ਸੀ ਕਿ ਬੁੱਧੂ ਇਹ ਤੂੰ ਕੀ ਸ਼ਕਲ ਬਣਾਈ ਹੋਈ ਹੈ। ਕਹਿਣ ਲੱਗਾ ਹਟਕੋਰੇ ਲੈ ਕੇ ਮੈਂ ਚੀਜ਼ਾਂ ਸਭ ਲਈਆਂ, ਪੀਸ ਪੂਸ ਕੇ ਛਾਣ ਛੂਣ ਕੇ ਜਦੋਂ ਟਿੱਚਨ ਹੋ ਗਈਆਂ। ਹਟਕੋਰੇ ਲੈ ਕੇ ਮਤਲਬ ਰੁਕ ਰੁਕ ਕੇ, ਉਹ ਰੁਕ ਰੁਕ ਕੇ ਕਹਿਣ ਲੱਗਾ ਕਿ ਮੈਂ ਸਾਰੀਆਂ ਚੀਜ਼ਾਂ ਤੁਹਾਡੇ ਦੱਸੇ ਅਕੋਰਡਿੰਗ ਲੈ ਲਈਆਂ ਸੀ, ਉਸਨੂੰ ਪੀਸ ਲਿਆ ਸੀ, ਛਾਣ ਵੀ ਲਿਆ ਸੀ, ਅਤੇ ਜਦੋਂ ਤਿਆਰ ਹੋ ਗਈਆਂ ਸੀ, ਟਿੱਚਨ ਮਤਲਬ ਤਿਆਰ ਹੋ ਗਈਆਂ ਸੀ। ਉਸ ਤੋਂ ਬਾਅਦ ਉਸ ਅੱਗੇ ਪੜ੍ਹਦੇ ਹਾਂ। ਨਲਕੀ ਵਿੱਚ ਪਾ ਨਲਕੀ ਉਸਦੇ ਨੱਥਨੇ ਵਿੱਚ ਟਿਕਾਈ, ਦੂਜੀ ਤਰਫੋਂ ਫੂਕ ਲਾਣ ਹਿਤ ਮੈਂ ਨਲਕੀ ਮੂੰਹ ਪਾਈ। ਮੇਰੀ ਫੂਕੋਂ ਪਹਿਲੇ ਹੀ ਚਾ ਫੂਕ ਗਧੇ ਨੇ ਮਾਰੀ, ਮੇਰੇ ਗਲ ਦੇ ਅੰਦਰ ਧਸ ਗਈ ਝੱਟ ਦਵਾਈ ਸਾਰੀ। ਅੱਗੋਂ ਬੁੱਧੂ ਦੱਸਦਾ ਹੈ ਕਿ ਜਦੋਂ ਤਿਆਰ ਹੋ ਗਈ ਸਾਰੀ ਦਵਾਈ ਤਾਂ ਨਲਕੀ ਦੇ ਵਿੱਚ ਉਸਨੂੰ ਪਾ ਕੇ ਮੈਂ ਗਧੇ ਦੇ ਨੱਥਨੇ ਵਿੱਚ ਪਾ ਦਿੱਤੀ। ਨੱਥਨੇ ਮਤਲਬ ਨੇਜ਼ਲ ਦੇ ਵਿੱਚ ਪਾ ਦਿੱਤੀ, ਨਾਸ ਦੇ ਵਿੱਚ ਪਾ ਦਿੱਤੀ। ਅਤੇ ਦੂਜੀ ਤਰਫੋਂ ਜਦੋਂ ਮੈਂ ਫੂਕ ਮਾਰਨ ਲਈ ਪਾਈਪ ਨੂੰ ਆਪਣੇ ਮੂੰਹ ਵਿੱਚ ਪਾਇਆ ਤਾਂ ਮੇਰੇ ਫੂਕ ਮਾਰਨ ਤੋਂ ਪਹਿਲਾਂ ਹੀ ਗਧੇ ਨੇ ਫੂਕ ਮਾਰ ਦਿੱਤੀ ਅਤੇ ਸਾਰੀ ਦਵਾਈ ਜੋ ਹੈ ਉਸੇ ਸਮੇਂ ਹੀ ਮੇਰੇ ਗਲੇ ਦੇ ਵਿੱਚ ਚਲੀ ਗਈ। ਨੈਕਸਟ ਪੈਰਾ। ਅੱਲਾ ਬਖਸ਼ੇ ਫੂਕ ਉਸ ਦੀ ਵਾਂਗ ਹਨੇਰੀ ਆਈ, ਨਲਕੀ ਵੀ ਲੰਘ ਜਾਣੀ ਸੀ ਮੈਂ ਫੜ ਕੇ ਮਸਾਂ ਬਚਾਈ। ਉਸਦੀ ਸੁਣ ਕੇ ਗੱਲ ਡਾਕਟਰ ਹੱਸ ਹੱਸ ਦੂਰਾ ਹੋਇਆ, ਬੁੱਧੂ ਉਸਨੂੰ ਵੇਖ ਹੱਸਦਿਆਂ ਦੂਣਾ ਚੋਣਾ ਰੋਇਆ। ਅੱਗੇ ਉਹ ਕਹਿੰਦਾ ਹੈ ਪਰਮਾਤਮਾ ਮਿਹਰ ਕਰੇ, ਅੱਲਾ ਬਖਸ਼ੇ, ਕਿ ਉਸਦੀ ਫੂਕ ਜੋ ਸੀ ਇਸ ਤਰ੍ਹਾਂ ਲੱਗ ਰਹੀ ਸੀ ਜਿਵੇਂ ਹਨੇਰੀ ਆ ਗਈ ਹੋਵੇ, ਅਤੇ ਇੰਨੀ ਤੇਜ਼ ਗਧੇ ਦੀ ਫੂਕ ਸੀ ਖੋਤੇ ਦੀ ਕਿ ਨਲਕੀ ਵੀ ਮੇਰੇ ਅੰਦਰ ਚਲੀ ਜਾਣੀ ਸੀ, ਮੈਂ ਤਾਂ ਮਸਾਂ ਹੀ ਫੜ ਕੇ ਬਚਾਈ ਸੀ। ਉਸਦੀ ਗੱਲ ਸੁਣ ਕੇ ਡਾਕਟਰ ਨੂੰ ਹਾਸਾ ਆ ਗਿਆ। ਉਹ ਹੱਸ ਹੱਸ ਕੇ ਦੂਰਾ ਮਤਲਬ ਦੁੱਗਣਾ ਹਾਸਿਆ, ਹੋਰ ਵੀ ਜ਼ਿਆਦਾ ਹੱਸੀ ਜਾ ਰਿਹਾ ਸੀ, ਅਤੇ ਬੁੱਧੂ ਉਸਨੂੰ ਦੇਖ ਦੇਖ ਕੇ ਰੋਈ ਜਾ ਰਿਹਾ ਸੀ। ਨੈਕਸਟ ਪੈਰਾ।
ਹੱਸਦੇ ਰੋਂਦੇ ਦੇਖ ਦੋਹਾਂ ਸੁਥਰਾ ਵੀ ਮੁਸਕਾਇਆ। ਸੁਣ ਓ ਬੁੱਧੂ ਇਸ ਜਗ ਨੇ ਹੈ ਪਹਿਲ ਤਾਈਂ ਵਡਿਆਇਆ। ਜਿਹਦੀ ਫੂਕ ਵੱਜ ਜਾਏ ਪਹਿਲਾਂ ਜਿੱਤ ਉਸ ਦੀ ਕਹਿੰਦੇ, ਤੇਰੇ ਜਿਹੇ ਸੁਸਤ ਪਿੱਛ ਰਹਿਣੇ ਰੂ ਰੂ ਕਰਦੇ ਰਹਿੰਦੇ। ਹੁਣ ਇਸ ਪੈਰੇ ਦੇ ਵਿੱਚ ਕਵੀ ਕਹਿੰਦਾ ਹੈ, ਡਾਕਟਰ ਦੇ ਅਨੁਸਾਰ ਕਹਿੰਦਾ ਹੈ ਕਿ ਹੱਸਦੇ ਰੋਂਦੇ ਦੋਹਾਂ ਨੂੰ ਵੇਖ ਕੇ ਤਾਂ ਸੁਥਰਾ ਵੀ ਮੁਸਕਾਇਆ, ਯਾਨੀ ਇੱਕ ਚੰਗਾ ਭਲਾ ਮਸਤ ਬੰਦਾ ਵੀ ਹੱਸ ਪਵੇ। ਸੁਣੋ ਬੁੱਧੂ ਇਸ ਜਗ ਨੇ ਹੈ ਪਹਿਲ ਤਾਈਂ ਵਡਿਆਇਆ। ਪਹਿਲ ਤਾਈਂ ਮਤਲਬ ਪਹਿਲ ਕਰਨ ਵਾਲਾ, ਜਿਹੜਾ ਕੰਮ ਪਹਿਲੇ ਕਰ ਲੈਂਦਾ ਹੈ। ਉਹ ਦੱਸਦਾ ਹੈ ਕਿ ਬੁੱਧੂ ਗੱਲ ਸੁਣ, ਇਸ ਸੰਸਾਰ ਦੇ ਵਿੱਚ ਜਿਹੜਾ ਇਨਸਾਨ ਸਭ ਤੋਂ ਪਹਿਲਾਂ ਕੰਮ ਕਰ ਲੈਂਦਾ ਹੈ ਚੁਸਤੀ ਨਾਲ, ਉਸ ਦੀ ਹੀ ਵਡਿਆਈ ਹੁੰਦੀ ਹੈ, ਉਸ ਨੂੰ ਹੀ ਜਗ ਦੀ ਪ੍ਰਸ਼ੰਸਾ ਮਿਲਦੀ ਹੈ। ਜਿਹਦੀ ਫੂਕ ਵੱਜ ਜਾਏ ਪਹਿਲਾਂ ਜਿੱਤ ਉਸ ਦੀ ਕਹਿੰਦੇ, ਯਾਨੀ ਕਿ ਇਸ ਕਵਿਤਾ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਫੂਕ ਕਿਹਨੇ ਮਾਰੀ? ਗਧੇ ਨੇ। ਤਾਂ ਉਸ ਦੇ ਅਕੋਰਡਿੰਗ ਜਿੱਤ ਕਿਸ ਦੀ ਹੋਈ? ਖੋਤੇ ਦੀ, ਗਧੇ ਦੀ। ਤਾਂ ਉਹ ਸਮਝਾਉਂਦਾ ਹੈ ਕਿ ਤੇਰੇ ਜਿਹੇ ਸੁਸਤ ਪਿੱਛੇ ਰਹਿਣੇ ਰੂ ਰੂ ਕਰਦੇ ਰਹਿੰਦੇ। ਜਿਹੜੇ ਪਿੱਛੇ ਰਹਿ ਜਾਂਦੇ ਹਨ, ਸੁਸਤ ਹੁੰਦੇ ਹਨ, ਉਹ ਸਾਰੀ ਉਮਰ ਕੀ ਕਰਦੇ ਹਨ? ਰੋਂਦੇ ਹੀ ਰਹਿੰਦੇ ਹਨ। ਤਾਂ ਇਸ ਕਵਿਤਾ ਦੇ ਅਕੋਰਡਿੰਗ ਸਾਨੂੰ ਸਿੱਖਿਆ ਦਿੱਤੀ ਗਈ ਹੈ ਕਿ ਸਾਨੂੰ ਜੋ ਹੈ ਚੁਸਤੀ ਨਾਲ ਹੀ ਆਪਣਾ ਕੰਮ ਕਰਨਾ ਚਾਹੀਦਾ ਹੈ, ਸੁਸਤ ਨਹੀਂ ਬਣਨਾ ਚਾਹੀਦਾ। ਆਈ ਹੋਪ ਤੁਹਾਨੂੰ ਕਵਿਤਾ ਸਮਝ ਆ ਗਈ ਹੋਏਗੀ। ਅਤੇ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਰਾਵਾਂਗੀ ਇਸ ਦਾ ਬੁੱਕ ਪਾਰਟ। ਧੰਨਵਾਦ।